ਸਤਿ ਸ਼੍ਰੀ ਅਕਾਲ। ਮੈਂ VT ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੋੜਾ ਵਿਖੇ ਨਿੱਜੀ ਸੁਰੱਖਿਆ ਦਾ ਵੋਕੇਸ਼ਨਲ ਟ੍ਰੇਨਰ ਹਾਂ। NSQF ਦੇ ਅਧੀਨ ਚੱਲ ਰਹੇ ਵਿਸ਼ੇ ਨਿੱਜੀ ਸੁਰੱਖਿਆ ਦੇ ਬਾਰੇ ਅੱਜ ਆਪਾਂ ਕੁਝ ਗੱਲਬਾਤ ਕਰਾਂਗੇ। ਲੈਵਲ 4 ਦੇ ਯੂਨਿਟ 5 ਬਾਰੇ ਨਜ਼ਰਸਾਨੀ ਸੁਰੱਖਿਆ ਪ੍ਰਬੰਧ ਰਾਹੀਂ ਸੁਰੱਖਿਆ ਸਰਵੇਲੈਂਸ ਐਂਡ ਪ੍ਰੋਟੈਕਸ਼ਨ ਸਿਸਟਮ। ਲੋਕ ਕਿਸੇ ਸਥਾਨ ਜਾਂ ਅਦਾਰੇ ਨੂੰ ਕਈ ਉਦੇਸ਼ਾਂ ਕਰਕੇ ਦੇਖਦੇ ਹਨ। ਇਹ ਸੁਰੱਖਿਆ ਕਰਮਚਾਰੀ ਲਈ ਬਹੁਤ ਮਹੱਤਵਪੂਰਨ ਹੈ ਕਿ ਅਦਾਰੇ ਵਿੱਚ ਕਿਸ ਤਰ੍ਹਾਂ ਦੇ ਅਤੇ ਕਿਸ ਸੁਭਾਅ ਵਾਲੇ ਵਿਜ਼ਟਰ ਆਉਂਦੇ ਹਨ, ਕਿਉਂਕਿ ਅਦਾਰੇ ਦੇ ਕੰਮ ਵਿੱਚ ਦਿਲਚਸਪੀ ਲੈਣ ਵਾਲੇ ਵਿਅਕਤੀਆਂ ਵਿੱਚ ਅਦਾਰੇ ਦੇ ਵਿਰੋਧੀ ਵਿਅਕਤੀ ਵੀ ਵਿਸ਼ੇਸ਼ ਵਿਜ਼ਟਰਾਂ ਦੀ ਸੂਚੀ ਵਿੱਚ ਹੋਣ ਕਰਕੇ ਅੰਦਰ ਆ ਜਾ ਸਕਦੇ ਹਨ। ਅਜਿਹੇ ਵਿਜ਼ਟਰਾਂ ਤੋਂ ਸੰਸਥਾ ਨੂੰ ਵਧੇਰੇ ਨੁਕਸਾਨ ਹੁੰਦਾ ਹੈ ਜੋ ਕਿ ਅਸਥਾਈ ਵਿਜ਼ਟਰ ਹੁੰਦੇ ਹਨ, ਅਤੇ ਇਹਨਾਂ ਬਾਰੇ ਸੁਰੱਖਿਆ ਕਰਮਚਾਰੀ ਕੋਲ ਬਹੁਤ ਘੱਟ ਸੂਚਨਾ ਹੁੰਦੀ ਹੈ। ਸੁਰੱਖਿਆ ਕਰਮਚਾਰੀ ਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਵਿਜ਼ਟਰਾਂ ਦਾ ਮਹੱਤਵ, ਕਿਸਮ ਅਤੇ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਲੈਣ ਤਾਂ ਜੋ ਉਹਨਾਂ ਨਾਲ ਗੱਲਬਾਤ ਕਰਦੇ ਸਮੇਂ ਢੁਕਵਾਂ ਵਰਤਾਓ ਅਤੇ ਸਾਵਧਾਨੀ ਵਰਤ ਸਕਣ। ਅਜਿਹੀਆਂ ਬਹੁਤ ਗਤੀਵਿਧੀਆਂ ਹਨ ਜੋ ਵਿਜ਼ਟਰਾਂ ਨਾਲ ਜਾਣ ਪਛਾਣ ਤੋਂ ਸ਼ੁਰੂ ਹੁੰਦੀਆਂ ਹਨ। ਨਿੱਜੀ ਸੁਰੱਖਿਆ ਅਧਿਕਾਰੀ ਵਿਜ਼ਟਰਾਂ ਤੋਂ ਉਹਨਾਂ ਦੇ ਆਉਣ ਦਾ ਉਦੇਸ਼ ਅਤੇ ਨਿੱਜੀ ਵੇਰਵੇ ਦੀ ਜਾਣਕਾਰੀ ਲੈਂਦਾ ਹੈ। ਆਉਣ ਵਾਲੇ ਵਿਅਕਤੀ ਜਾਂ ਵਿਜ਼ਟਰਾਂ ਦੀ ਰਜਿਸਟ੍ਰੇਸ਼ਨ ਆਮ ਤੌਰ 'ਤੇ ਲੌਗਬੁੱਕ ਵਿੱਚ ਦਰਜ ਕੀਤੀ ਜਾਂਦੀ ਹੈ ਜਾਂ ਵਿਜ਼ਟਰ ਪ੍ਰਬੰਧ ਨਾਲ ਸੰਬੰਧਿਤ ਕਿਸੇ ਸਾਫਟਵੇਅਰ ਵਿੱਚ ਸਟੋਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਵਿਜ਼ਟਰ ਨੂੰ ਸੰਸਥਾ ਦੇ ਅੰਦਰ ਲੈ ਕੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਪ੍ਰਕਿਰਿਆ ਉਪਰੰਤ ਨਿੱਜੀ ਸੁਰੱਖਿਆ ਅਧਿਕਾਰੀ ਉਸ ਦੀ ਸਹਾਇਤਾ ਕਰਦਾ ਹੈ ਅਤੇ ਉਸ ਦੀ ਨਜ਼ਰਸਾਨੀ ਕਰਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਹੈ ਜਦੋਂ ਤੱਕ ਉਹ ਅਦਾਰੇ 'ਚੋਂ ਵਾਪਸ ਨਹੀਂ ਚਲੇ ਜਾਂਦਾ। ਇਹ ਸਾਰੀ ਪ੍ਰਕਿਰਿਆ ਦੌਰਾਨ ਵਿਜ਼ਟਰ ਪ੍ਰਬੰਧ ਦੀ ਕਾਰਜ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ, ਜਿਸ ਦੌਰਾਨ ਸਾਰੀਆਂ ਬਣਦੀਆਂ ਕਿਰਿਆਵਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ, ਕਿਸੇ ਵੀ ਅਦਾਰੇ ਦੀ ਨਜ਼ਰਸਾਨੀ ਰਾਹੀਂ ਸੁਰੱਖਿਆ ਬਹੁਤ ਹੀ ਮਹੱਤਵਪੂਰਨ ਹੈ। ਫਿਰ ਵੀ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕੋਈ ਅਦਾਰੇ ਜਾਂ ਕਰਮਚਾਰੀ ਦੀ ਗੁਪਤਤਾ ਜਾਂ ਗੁਪਤ ਭੇਦਾਂ ਤੱਕ ਪਹੁੰਚ ਨਾ ਸਕੇ ਜਾਂ ਕਾਨੂੰਨਾਂ ਦੀ ਉਲੰਘਣਾ ਨਾ ਕਰ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਵੱਲੋਂ ਦਿੱਤੀ ਗਈ ਸੂਚਨਾ ਨੂੰ ਦਰਜ ਕਰਨਾ। ਵਿਜ਼ਟਰ ਕੀ ਹੁੰਦਾ ਹੈ, ਇਸ ਕੋਲੇ ਕੀ ਸੂਚਨਾ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵਿਜ਼ਟਰ ਕੀ ਹੁੰਦਾ ਹੈ। ਵਿਜ਼ਟਰ ਮਹਿਮਾਨ ਹੁੰਦਾ ਹੈ ਜੋ ਸੰਸਥਾ ਦੇ ਵਿੱਚ ਕਿਸੇ ਕੰਮ ਦੇ ਲਈ ਆਉਂਦਾ ਹੈ ਜਾਂ ਕਿਸੇ ਸੂਚਨਾ ਪ੍ਰਾਪਤ ਕਰਨ ਦੇ ਲਈ ਆਉਂਦਾ ਹੈ ਜਾਂ ਸੰਸਥਾ ਦੇ ਸੰਬੰਧ ਦੇ ਵਿੱਚ ਕਿਸੇ ਕੰਮ ਦੇ ਲਈ ਆਵੇ। ਵਿਜ਼ਟਰ ਦੋ ਪ੍ਰਕਾਰ ਦੇ ਹੁੰਦੇ ਹਨ, ਸਥਾਈ ਵਿਜ਼ਟਰ, ਅਸਥਾਈ ਵਿਜ਼ਟਰ, ਜਿਨ੍ਹਾਂ ਨੂੰ ਆਪਾਂ ਪਲੈਨਡ ਔਰ ਅਨਪਲੈਨਡ ਵਿਜ਼ਟਰ ਵੀ ਕਹਿ ਦਿੰਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਕੋਲ ਕੀ ਸੂਚਨਾ ਹੁੰਦੀ ਹੈ। ਵਿਜ਼ਟਰ ਕੋਲ ਸਭ ਤੋਂ ਪਹਿਲਾਂ ਨਿੱਜੀ ਵੇਰਵੇ ਦੀ ਸੂਚਨਾ ਹੁੰਦੀ ਹੈ, ਜਿਵੇਂ ਕਿ ਉਸਦਾ ਨਾਮ, ਪਤਾ, ਡੈਜੀਗਨੇਸ਼ਨ, ਇਸ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਜੋ ਉਹ ਨਿੱਜੀ ਸੁਰੱਖਿਆ ਕਰਮਚਾਰੀ ਨੂੰ ਦਿੰਦਾ ਹੈ। ਇਸ ਤੋਂ ਇਲਾਵਾ ਉਸ ਕੋਲ ਇਹ ਵੀ ਸੂਚਨਾ ਹੁੰਦੀ ਹੈ ਕਿ ਉਹ ਸੰਸਥਾ ਦੇ ਵਿੱਚ ਕਿਸ ਕੰਮ ਦੇ ਲਈ ਆਇਆ ਹੈ ਅਤੇ ਕਿਸ ਨੂੰ ਮਿਲਣ ਆਇਆ ਹੈ। ਇਹ ਸਾਰੀ ਜਾਣਕਾਰੀ ਨਿੱਜੀ ਸੁਰੱਖਿਆ ਅਧਿਕਾਰੀ ਵੱਲੋਂ ਇੱਕ ਲੌਗਬੁੱਕ ਦੇ ਵਿੱਚ ਦਰਜ ਕੀਤੀ ਜਾਂਦੀ ਹੈ, ਭਾਵੇਂ ਉਹ ਨੋਟਬੁੱਕ ਹੋਵੇ, ਭਾਵੇਂ ਉਹ ਔਨਲਾਈਨ ਲੌਗਬੁੱਕ ਹੋਵੇ, ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਇਹ ਸਾਰੀ ਜਾਣਕਾਰੀ ਲੋੜ ਪੈਣ 'ਤੇ ਕੰਮ ਆ ਸਕੇ। ਹੁਣ ਆਪਾਂ ਵਿਜ਼ਟਰਾਂ ਦੀ ਸ਼੍ਰੇਣੀ ਬਾਰੇ ਗੱਲ ਕਰਦੇ ਹਾਂ। ਵਿਜ਼ਟਰਾਂ ਨੂੰ ਵੱਡੇ ਪੱਧਰ 'ਤੇ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਚੀ ਵਿੱਚ ਪਹਿਲਾਂ ਤੋਂ ਦਰਜ ਕੀਤੇ ਗਏ ਵਿਜ਼ਟਰ। ਇਹਨਾਂ ਨੂੰ ਪ੍ਰੀ ਸ਼ਡਿਊਲ ਵਿਜ਼ਟਰ ਵੀ ਕਹਿ ਦਿੰਦੇ ਹਾਂ। ਸੂਚੀ ਵਿੱਚ ਦਰਜ ਵਿਜ਼ਟਰ
ਉਹ ਵਿਅਕਤੀ ਹਨ ਜਿਨ੍ਹਾਂ ਨੇ ਕਦੇ ਪਹਿਲਾਂ ਅਦਾਰੇ ਵਿੱਚ ਆਉਣ ਦੀ ਆਗਿਆ ਮੰਗੀ ਸੀ, ਜਾਂ ਉਹ ਅਦਾਰੇ ਸੰਸਥਾ ਵੱਲੋਂ ਬੁਲਾਏ ਗਏ ਸਨ, ਜਾਂ ਉਹ ਸੰਸਥਾ ਦੇ ਕਰਮਚਾਰੀ ਵਜੋਂ ਸੰਸਥਾ ਵਿੱਚ ਆਏ ਹਨ। ਇਹ ਵਿਜ਼ਿਟਰ ਆਸਾਨੀ ਨਾਲ ਅਦਾਰੇ ਦੇ ਵਿਜ਼ਿਟਰ ਰਜਿਸਟਰ ਵਿੱਚ ਦਰਜ ਹੋ ਸਕਦੇ ਹਨ। ਵਿਜ਼ਿਟਰਾਂ ਦੇ ਆਉਣ ਤੋਂ ਪਹਿਲਾਂ ਡਿਊਟੀ 'ਤੇ ਤੈਨਾਤ ਕਰਮਚਾਰੀ ਦਰਸ਼ਕਾਂ ਦੇ ਵੇਰਵੇ ਜਾਂ ਡਾਟਾ ਦਰਜ ਕਰਦਾ ਹੈ। ਇੱਕ ਕਰਮਚਾਰੀ ਨੂੰ ਵਿਜ਼ਿਟਰ ਦਾ ਮੇਜ਼ਬਾਨ ਬਣਨ ਜਾਂ ਉਸ ਦਾ ਸਵਾਗਤ ਸਤਿਕਾਰ ਜਾਂ ਪ੍ਰਾਹੁਣਾਚਾਰੀ ਦਾ ਕੰਮ ਦਿੱਤਾ ਜਾਂਦਾ ਹੈ। ਉਸ ਵਿਅਕਤੀ ਨੇ ਕਿੰਨਾ ਸਮਾਂ ਅਦਾਰੇ ਵਿੱਚ ਰਹਿਣਾ ਹੈ, ਇਹ ਵੀ ਉਸ ਵਿੱਚ ਦਰਜ ਕੀਤਾ ਜਾ ਸਕਦਾ ਹੈ। ਉਸ ਦੇ ਆਉਣ ਦਾ ਕੀ ਮੰਤਵ ਹੈ, ਇਹ ਵੀ ਵਿਸ਼ੇਸ਼ ਤੌਰ 'ਤੇ ਦਰਜ ਕੀਤਾ ਜਾਂਦਾ ਹੈ। ਅਜਿਹੇ ਵਿਜ਼ਿਟਰਾਂ ਨੂੰ ਸੰਭਾਲਣਾ ਸੰਸਥਾ ਲਈ ਬਹੁਤ ਆਸਾਨ ਹੁੰਦਾ ਹੈ, ਕਿਉਂਕਿ ਅਦਾਰੇ ਦਾ ਉਹਨਾਂ ਨੂੰ ਸੰਭਾਲਣ ਦਾ ਪੂਰਾ ਇੰਤਜ਼ਾਮ ਕੀਤਾ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸੂਚੀ ਵਿੱਚ ਦਰਜ ਨਾ ਹੋਏ ਵਿਜ਼ਿਟਰ। ਅਨਸ਼ੈਡਿਊਲਡ ਵਿਜ਼ਿਟਰ ਪਹਿਲਾਂ ਤੋਂ ਹੀ ਦਰਜ ਕੀਤੇ ਗਏ ਵਿਜ਼ਿਟਰਾਂ ਤੋਂ ਇਲਾਵਾ ਦੂਸਰੇ ਵਿਜ਼ਿਟਰ ਬਿਨਾਂ ਦਰਜ ਕੀਤੇ ਹੋਏ ਵਿਜ਼ਿਟਰਾਂ ਦੇ ਵਰਗ ਵਿੱਚ ਆਉਂਦੇ ਹਨ। ਅਜਿਹੇ ਵਿਜ਼ਿਟਰ ਜ਼ਿਆਦਾ ਸਾਵਧਾਨੀ ਦੀ ਮੰਗ ਕਰਦੇ ਹਨ, ਕਿਉਂਕਿ ਇਹਨਾਂ ਬਾਰੇ ਮੂਲ ਰੂਪ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ। ਅਜਿਹੇ ਵਿਜ਼ਿਟਰਾਂ ਨੂੰ ਸੰਭਾਲਣ ਲਈ ਬਹੁਤ ਕੋਸ਼ਿਸ਼, ਜਾਣਕਾਰੀ ਦੇ ਸਰੋਤ ਅਤੇ ਸੰਬੰਧਿਤ ਸੂਚਨਾ ਦਰਜ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ। ਇਹ ਸਨ ਵਿਜ਼ਿਟਰ ਦੇ ਵਰਗ। ਅਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਵਿਜ਼ਿਟਰਾਂ ਦੇ ਪ੍ਰਬੰਧ ਬਾਰੇ। ਵਿਜ਼ਿਟਰ ਪ੍ਰਬੰਧਨ, ਇਸ ਨੂੰ ਵਿਜ਼ਿਟਰ ਮੈਨੇਜਮੈਂਟ ਵੀ ਕਹਿ ਦਿੰਦੇ ਹਾਂ। ਵਿਜ਼ਿਟਰ ਪ੍ਰਬੰਧ ਨਾਲ ਸੁਰੱਖਿਆ 'ਤੇ ਕੋਈ ਵੀ ਅਸਰ ਨਹੀਂ ਪੈਂਦਾ, ਸਗੋਂ ਇਸ ਦੌਰੇ ਨਾਲ ਅਦਾਰੇ ਨੂੰ ਵੱਧ ਤੋਂ ਵੱਧ ਫਾਇਦਾ ਹੁੰਦਾ ਹੈ। ਵਿਸ਼ੇਸ਼ ਪ੍ਰਕਾਰ ਦੀ ਦਰਸ਼ਕ ਪ੍ਰਬੰਧ ਵਿਵਸਥਾ ਵਿੱਚ ਵੇਰਵੇ ਦਰਜ ਕਰਨ, ਲੱਭਣ ਅਤੇ ਦਰਸ਼ਕਾਂ ਵੱਲੋਂ ਅਦਾਰੇ ਦੇ ਅਹਾਤੇ ਵਿੱਚ ਰਹਿਣ ਦਾ ਸਮਾਂ ਆਦਿ ਦਾ ਪ੍ਰਬੰਧ ਕੀਤਾ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਿਟਰ ਪ੍ਰਬੰਧ ਦਾ ਸਭ ਤੋਂ ਪਹਿਲਾਂ ਉਦੇਸ਼ ਕੀ ਹੁੰਦਾ ਹੈ। ਸਹੂਲਤਾਂ ਦੀ ਵਰਤੋਂ ਕਰਨ ਸੰਬੰਧੀ ਨਿਰੀਖਣ ਵਿੱਚ ਮਦਦ ਕਰਦਾ ਹੈ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਅਗਰ ਆਪਾਂ ਉਸ ਦੀ ਮੈਨੇਜਮੈਂਟ ਕਰਦੇ ਹਾਂ ਤਾਂ ਆਪਾਂ ਉਸ ਦੀਆਂ ਪੂਰੀਆਂ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਾਂ। ਇਸੇ ਤਰ੍ਹਾਂ ਵਿਜ਼ਿਟਰ ਪ੍ਰਬੰਧਨ ਸਾਰੀਆਂ ਸਹੂਲਤਾਂ ਨੂੰ ਜਾਂਚਦਾ ਹੈ ਅਤੇ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕਰਨ ਦੇ ਵਿੱਚ ਮਦਦ ਕਰਦਾ ਹੈ। ਵਿਜ਼ਿਟਰ ਮੈਨੇਜਮੈਂਟ ਥੋੜ੍ਹੇ ਜਿਹੇ ਸਮੇਂ ਵਿੱਚ ਦਰਸ਼ਕਾਂ ਦੇ ਸਾਰੇ ਵੇਰਵਿਆਂ ਬਾਰੇ ਸੂਚਨਾ ਪ੍ਰਦਾਨ ਕਰਦਾ ਹੈ। ਜਿਵੇਂ ਕਿ ਦਰਸ਼ਕ ਆਉਣ ਤੋਂ ਪਹਿਲਾਂ ਆਪਾਂ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਨੂੰ ਇੱਕ ਲੌਗਬੁੱਕ ਵਿੱਚ ਸਟੋਰ ਕਰਕੇ ਰੱਖ ਦਿੰਦੇ ਹਾਂ ਅਤੇ ਲੋੜ ਪੈਣ ਸਮੇਂ ਆਪਾਂ ਉਹ ਸੂਚਨਾ ਦੀ ਵਰਤੋਂ ਕਰ ਸਕਦੇ ਹਾਂ। ਸੁਰੱਖਿਆ ਖਾਮੀਆਂ ਵਿੱਚ ਸਬੂਤ ਵਜੋਂ ਕੰਮ ਕਰਦਾ ਹੈ। ਵਿਜ਼ਿਟਰ ਪ੍ਰਬੰਧਨ ਦੇ ਵਿੱਚ ਵਿਜ਼ਿਟਰਾਂ ਵੱਲੋਂ ਸੂਚਨਾ ਲਿੱਤੀ ਜਾਂਦੀ ਹੈ, ਜੋ ਕਿ ਅੱਗੇ ਕਿਸੇ ਦੁਰਘਟਨਾ ਦੌਰਾਨ ਜਾਂ ਕਿਸੇ ਸੰਕਟ ਦੌਰਾਨ ਆਪਣੇ ਲਈ ਸਬੂਤ ਦਾ ਕੰਮ ਕਰ ਸਕਦੀ ਹੈ। ਦਰਸ਼ਕ ਪ੍ਰਬੰਧ ਦੀ ਇਲੈਕਟ੍ਰੋਨਿਕ ਵਿਵਸਥਾ ਅੱਜ ਕੱਲ੍ਹ ਜ਼ਿਆਦਾ ਆਮ ਅਤੇ ਅਸਰਦਾਇਕ ਸਿੱਧ ਹੋ ਰਹੀ ਹੈ। ਜਿਵੇਂ ਕਿ ਅੱਜ ਕੱਲ੍ਹ ਕਾਫੀ ਸੰਸਥਾ ਦੇ ਵਿੱਚ ਇਲੈਕਟ੍ਰੋਨਿਕ ਮਦਦ ਦੇ ਨਾਲ ਵਿਜ਼ਿਟਰ ਪ੍ਰਬੰਧਨ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਵਿਜ਼ਿਟਰ ਪ੍ਰਬੰਧਨ ਦੀ ਜ਼ਰੂਰਤ। ਹੁਣ ਆਪਾਂ ਗੱਲ ਕਰਦੇ ਹਾਂ ਕਿ ਵਿਜ਼ਿਟਰ ਪ੍ਰਬੰਧ ਦੀ ਜ਼ਰੂਰਤ ਕਿਉਂ ਹੁੰਦੀ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਸੀ, ਇੱਕ ਸੰਸਥਾ ਦੇ ਵਿੱਚ ਕਾਫੀ ਤਰ੍ਹਾਂ ਦੇ ਕਰਮਚਾਰੀ ਆਉਂਦੇ ਹਨ। ਸਥਾਈ ਕਰਮਚਾਰੀ, ਅਸਥਾਈ ਕਰਮਚਾਰੀ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ। ਇਹਨਾਂ ਸਾਰੇ ਕਰਮਚਾਰੀਆਂ ਦਾ ਵੇਰਵਾ ਅਲੱਗ-ਅਲੱਗ ਦਰਜ ਹੁੰਦਾ ਹੈ। ਅਦਾਰੇ ਵਿੱਚ ਕੰਮ ਕਰਨ ਵਾਲੇ ਸਥਾਈ ਕਰਮਚਾਰੀ ਦੀ ਸਾਰੀ ਜਾਣਕਾਰੀ ਦਰਜ ਹੁੰਦੀ ਹੈ ਅਤੇ ਅਸਥਾਈ ਕਰਮਚਾਰੀ ਦੇ ਸੰਬੰਧ ਵਿੱਚ ਥੋੜ੍ਹਾ ਘੱਟ ਜ਼ੋਰ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸਥਾਈ ਕਰਮਚਾਰੀ ਨੇ ਮੁੜ ਕੇ ਸੰਸਥਾ ਵਿੱਚ ਆਉਣਾ ਹੈ ਜਾਂ ਨਹੀਂ। ਇਸ ਲਈ ਉਹ ਉਹਨਾਂ ਬਾਰੇ ਜਿੰਨੀ ਘੱਟ ਹੋ ਸਕੇ ਉਨੀ ਘੱਟ ਸੂਚਨਾ ਪ੍ਰਦਾਨ ਕਰਦੇ ਹਨ। ਪਰ ਇਹ ਅਸਥਾਈ ਕਰਮਚਾਰੀ ਤੋਂ ਹੀ ਸੰਸਥਾ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਇਸੇ ਲਈ
ਸੁਰੱਖਿਆ ਕਰਮਚਾਰੀ ਨੂੰ ਹਰੇਕ ਵਿਜ਼ਟਰ ਤੋਂ ਪੂਰੀ ਸੂਚਨਾ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਚਾਹੀਦੀ ਹੈ। ਆਪਾਂ ਚਾਰਟ ਦੀ ਮਦਦ ਨਾਲ ਦੇਖਾਂਗੇ ਕਿ ਸੰਸਥਾ ਦੇ ਵਿੱਚ ਕਿਹੜੇ ਕਿਸਮ ਦੇ ਕਰਮਚਾਰੀ ਆਉਂਦੇ ਹਨ ਅਤੇ ਉਹਨਾਂ ਤੋਂ ਸੰਸਥਾ ਨੂੰ ਕਿਸ ਤਰ੍ਹਾਂ ਦਾ ਖਤਰਾ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਅਕਤੀ ਦੀ ਕਿਸਮ। ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਵਿਜ਼ਟਰਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ: ਕਰਮਚਾਰੀ, ਅਸਥਾਈ ਕਰਮਚਾਰੀ, ਦਰਸ਼ਕ। ਹੁਣ ਆਪਾਂ ਦੂਜੇ ਪਾਸੇ ਦੇਖਦੇ ਹਾਂ ਸੁਰੱਖਿਆ ਪੱਖੋਂ ਵਿਅਕਤੀ ਬਾਰੇ ਜਾਣਕਾਰੀ। ਜੋ ਕਰਮਚਾਰੀ ਸੰਸਥਾ ਦੇ ਵਿੱਚ ਕੰਮ ਕਰਦਾ ਹੈ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਅਸਥਾਈ ਕਰਮਚਾਰੀ ਆਸ਼ੰਕਿਤ ਠੇਕੇਦਾਰ ਦੀਆਂ ਸਾਰੀਆਂ ਸੂਚਨਾਵਾਂ। ਇਸ ਵਿੱਚ ਠੇਕੇਦਾਰ ਦੇ ਸੰਬੰਧ ਵਿੱਚ ਕੁਝ ਜ਼ਰੂਰੀ ਸੂਚਨਾਵਾਂ ਹੀ ਰਿਕਾਰਡ ਹੁੰਦੀਆਂ ਹਨ। ਦਰਸ਼ਕ, ਇਸ ਦੇ ਬਾਰੇ ਸੰਸਥਾ ਨੂੰ ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਹੁਣ ਆਪਾਂ ਗੱਲ ਕਰਦੇ ਹਾਂ ਅਦਾਰੇ ਵਿੱਚ ਰਹਿਣ ਦਾ ਸਮਾਂ। ਕਰਮਚਾਰੀ ਆਪਣੀ ਡਿਊਟੀ ਦੇ ਦੌਰਾਨ ਅਦਾਰੇ ਦੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਰਹਿਣ ਦਾ ਸਮਾਂ ਪਿਛਲੇ ਕੁਝ 2 ਸਾਲ, 3 ਸਾਲ, 4 ਸਾਲ ਜਾਂ ਇਸ ਤੋਂ ਵੱਧ ਦਾ ਵੀ ਹੋ ਸਕਦਾ ਹੈ। ਅਸਥਾਈ ਕਰਮਚਾਰੀ, ਇਹ ਹਫ਼ਤੇ ਤੋਂ ਕੁਝ ਮਹੀਨਿਆਂ ਵਾਲਾ ਥੋੜ੍ਹਾ ਜਿਹਾ ਸਮਾਂ ਹੁੰਦਾ ਹੈ। ਦਰਸ਼ਕ, ਇਸ ਦਾ ਸੰਸਥਾ ਦੇ ਵਿੱਚ ਰੁਕਣ ਦਾ ਸਮਾਂ ਕੁਝ ਘੰਟੇ ਜਾਂ ਕੁਝ ਮਿੰਟਾਂ ਦਾ ਹੀ ਹੁੰਦਾ ਹੈ। ਸੁਰੱਖਿਆ ਸੰਬੰਧੀ ਖਤਰਿਆਂ ਦੀ ਸੰਭਾਵਨਾਵਾਂ। ਕਰਮਚਾਰੀਆਂ ਤੋਂ ਸੰਸਥਾ ਨੂੰ ਬਹੁਤ ਘੱਟ ਖਤਰਾ ਹੁੰਦਾ ਹੈ। ਅਸਥਾਈ ਕਰਮਚਾਰੀ ਬਾਰੇ, ਇਸ ਤੋਂ ਸੰਸਥਾ ਨੂੰ ਦਰਮਿਆਨਾ ਖਤਰਾ ਹੁੰਦਾ ਹੈ ਕਿਉਂਕਿ ਇਸ ਬਾਰੇ ਕੰਪਨੀ ਕੋਲੇ ਕੁਝ ਜਾਣਕਾਰੀ ਹੁੰਦੀ ਹੈ। ਦਰਸ਼ਕ, ਇਸ ਬਾਰੇ ਸੰਸਥਾ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਇਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੁੰਦੀ ਹੈ ਅਤੇ ਨਾ ਹੀ ਕੋਈ ਸਬੂਤ ਹੁੰਦਾ ਹੈ। ਇਸੇ ਲਈ ਵਿਜ਼ਟਰ ਪ੍ਰਬੰਧਨ ਦੇ ਵਿੱਚ ਸਾਰੇ ਕਰਮਚਾਰੀਆਂ ਦੇ ਪ੍ਰਤੀ ਅਤੇ ਸਾਰੇ ਦਰਸ਼ਕਾਂ ਦੇ ਪ੍ਰਤੀ ਪੂਰੀ ਜਾਣਕਾਰੀ ਹੋਣੀ ਬਹੁਤ ਹੀ ਮਹੱਤਵਪੂਰਨ ਹੈ। ਵਿਜ਼ਟਰ ਪ੍ਰਬੰਧਨ ਦੇ ਵਿੱਚ ਵਿਜ਼ਟਰਾਂ ਅਤੇ ਗੱਡੀਆਂ ਦੀ ਵੀ ਸੈਟਿੰਗ ਹੁੰਦੀ ਹੈ, ਜਿਸ ਵਿੱਚ ਵਿਜ਼ਟਰਾਂ ਦੇ ਨਾਲ ਪਾਰਕਿੰਗ ਦੀ ਫੈਸਿਲਿਟੀ ਵੀ ਅਰੇਂਜ ਕਰਨ ਦੀ ਜ਼ਿੰਮੇਵਾਰੀ ਸੁਰੱਖਿਆ ਕਰਮਚਾਰੀ ਦੀ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਅਤੇ ਵਿਅਕਤੀਆਂ ਦੀ ਅਗਵਾਈ। ਇਹ ਬਹੁਤ ਮਹੱਤਵਪੂਰਨ ਹੈ ਕਿ ਪਾਰਕਿੰਗ ਸੰਬੰਧੀ ਹਦਾਇਤਾਂ ਜਾਂ ਇੰਤਜ਼ਾਰ ਬਾਰੇ ਸਭ ਕੁਝ ਸਪਸ਼ਟ ਹੋਵੇ। ਜਿਵੇਂ ਕਿ ਕੋਈ ਵੀ ਵਿਜ਼ਟਰ ਸੰਸਥਾ ਦੇ ਵਿੱਚ ਆਉਂਦਾ ਹੈ ਤਾਂ ਉਹ ਆਪਣੀ ਕਾਰ ਜਾਂ ਟੈਕਸੀ ਲੈ ਕੇ ਆਉਂਦਾ ਹੈ, ਤਾਂ ਇਸ ਦੇ ਵਿੱਚ ਵਿਜ਼ਟਰ ਨੂੰ ਸਾਰੀਆਂ ਹਦਾਇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਗੱਡੀ ਕਿੱਥੇ ਪਾਰਕ ਹੋਣੀ ਹੈ ਅਤੇ ਪਾਰਕਿੰਗ ਦੇ ਵਿੱਚ ਕੀ ਹਦਾਇਤਾਂ ਹਨ। ਇਹਨਾਂ ਬਾਰੇ ਸਾਰੀ ਜਾਣਕਾਰੀ ਦੇਣਾ ਨਿੱਜੀ ਸੁਰੱਖਿਆ ਅਧਿਕਾਰੀ ਦਾ ਕੰਮ ਹੁੰਦਾ ਹੈ। ਇਹਨਾਂ ਤੋਂ ਬਿਨਾਂ ਸੁਰੱਖਿਆ ਕਰਮਚਾਰੀ ਨੂੰ ਪਾਰਕਿੰਗ ਦੇ ਸਾਰੇ ਹਾਲਾਤ ਜਾਂ ਵੇਰਵਿਆਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪਾਰਕਿੰਗ ਵਿੱਚ ਗੱਡੀਆਂ ਖੜ੍ਹੇ ਕਰਨ ਜੋਗੇ ਕਾਫੀ ਜਗ੍ਹਾ ਹੈ ਵੀ ਜਾਂ ਨਹੀਂ। ਇਸ ਉਪਰੰਤ ਉਸ ਨੇ ਟਾਈਮ 'ਤੇ ਡਿਸੀਜ਼ਨ ਲੈਣਾ ਹੁੰਦਾ ਹੈ ਅਤੇ ਉਹ ਲੋੜ ਪੈਣ 'ਤੇ ਵੱਖਰੀ ਪਾਰਕਿੰਗ ਦਾ ਵੀ ਹੀਲਾ ਕਰਨਾ ਪੈਂਦਾ ਹੈ। ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੀਆਂ ਜਾਂਦੀਆਂ ਹਨ ਕਿ ਜੋ ਵੀ ਵਿਜ਼ਟਰ ਆਉਂਦਾ ਹੈ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਾਰੀਆਂ ਹੀ ਗੱਡੀਆਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਸੰਬੰਧੀ ਸਮੇਂ ਦਾ ਪੂਰਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ। ਇਹ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਕੋਈ ਦੁਰਘਟਨਾ ਪੈਣ ਸਮੇਂ ਇਹ ਰਿਕਾਰਡ ਕੰਮ ਆ ਸਕੇ ਅਤੇ ਅਪਰਾਧੀ ਨੂੰ ਫੜਨ ਦੇ ਵਿੱਚ ਸਹਾਈ ਸਾਬਤ ਹੋ ਸਕੇ। ਇਸ ਤੋਂ ਬਿਨਾਂ ਮਹਿਮਾਨਾਂ ਅਤੇ ਉਹਨਾਂ ਦੇ ਡਰਾਈਵਰਾਂ ਵੱਲੋਂ ਪਾਰਕਿੰਗ ਵਿੱਚ ਗੱਡੀਆਂ ਖੜ੍ਹੀਆਂ ਕਰਨ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵੀ ਬਹੁਤ ਹੀ ਧਿਆਨ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ। ਇਹ ਪਾਇਆ ਜਾਂਦਾ ਹੈ ਕਿ ਸੁੰਨਸਾਨ ਪਾਰਕਿੰਗ ਵਿੱਚ ਜ਼ਿਆਦਾਤਰ ਡਰਾਈਵਰ ਚੋਰੀ ਜਾਂ ਹੋਰ ਅਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ। ਇਸ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਚੁਕੰਨੇ ਰਹਿਣਾ ਚਾਹੀਦਾ ਹੈ ਅਤੇ ਅਜਿਹੀਆਂ ਗਤੀਵਿਧੀਆਂ ਦੀ
ਨਜ਼ਰਸਾਨੀ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਰੋਕੀ ਜਾ ਸਕੇ। ਵਿਜ਼ਟਰਾਂ ਪ੍ਰਤੀ ਦਿਖਾਈ ਜਾਣ ਵਾਲੀ ਹਮਦਰਦੀ। ਇਹ ਆਸ ਕੀਤੀ ਜਾਂਦੀ ਹੈ ਕਿ ਸੁਰੱਖਿਆ ਕਰਮਚਾਰੀ ਸਹਾਇਤਾ ਕਰਨ ਵਾਲੇ ਅਤੇ ਬਿਨਾਂ ਕਿਸੇ ਦਿਖਾਵੇ ਦੇ ਦੋਸਤਾਨਾ ਵਰਤਾਓ ਕਰਨ ਵਾਲੇ ਹੁੰਦੇ ਹਨ। ਪੇਸ਼ਾਵਰ ਵਰਤਾਓ ਹਮੇਸ਼ਾ ਖਤਰੇ ਤੋਂ ਬਚਾਉਣ ਵਿੱਚ ਮਦਦ ਕਰਨ ਵਾਲਾ ਹੁੰਦਾ ਹੈ। ਇਹ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਹੰਗਾਮੇ ਤੋਂ ਬਚਾਉਣ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਰਮਚਾਰੀ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਵਿਜ਼ਟਰਾਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਜਲਦੀ ਹੀ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਹਨ ਉਹਨਾਂ ਦਾ ਤੁਰੰਤ ਤੋਂ ਤੁਰੰਤ ਸਹੀ ਜਵਾਬ ਦਿੱਤਾ ਜਾਵੇ। ਵਿਜ਼ਟਰਾਂ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਉਸ ਨੇ ਕਿੱਥੇ ਤੇ ਕਿਵੇਂ ਪਹੁੰਚਣਾ ਹੈ। ਵਿਸ਼ੇਸ਼ ਸੁਰੱਖਿਆ ਸਹੂਲਤਾਂ ਵਾਲੇ ਅਦਾਰੇ ਵਿੱਚ ਵਿਜ਼ਟਰ ਨੂੰ ਬਕਾਇਦਾ ਨਾਲ ਲੈ ਕੇ ਅੰਦਰ ਜਾਂ ਬਾਹਰ ਲਿਜਾਇਆ ਜਾਂਦਾ ਹੈ ਅਤੇ ਕਈ ਮਹਿਮਾਨਾਂ ਨੂੰ ਉਹਨਾਂ ਦੇ ਨਿਯਮਿਤ ਸਥਾਨਾਂ 'ਤੇ ਪਹੁੰਚਾਉਣ ਲਈ ਉਹਨਾਂ ਦੀ ਮਦਦ ਵੀ ਕਰਦੇ ਹਨ। ਕਿਸੇ ਕਠਿਨਾਈ ਨੂੰ ਦੇਖਦੇ ਹੋਏ ਵਿਜ਼ਟਰਾਂ ਨੂੰ ਸਵਾਗਤੀ ਕਮਰੇ ਵਿੱਚ ਸੂਚਿਤ ਕਰਨਾ ਚਾਹੀਦਾ ਹੈ ਕਿ ਉਹ ਸੁਰੱਖਿਆ ਸਟਾਫ ਨਾਲ ਸੰਪਰਕ ਕਰੇ। ਅਜਿਹੇ ਹਾਲਤ ਵਿੱਚ ਵਿਜ਼ਟਰਾਂ ਨੂੰ ਕਿਸੇ ਵੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੇ ਵਿੱਚ ਬਹੁਤ ਹੀ ਮਦਦ ਮਿਲਦੀ ਹੈ। ਵਿਜ਼ਟਰਾਂ ਦੇ ਅੰਦਰ ਜਾਣ ਸਮੇਂ ਤਾਂ ਸੁਰੱਖਿਆ ਕਰਮਚਾਰੀ ਹਮਦਰਦੀ ਦਿਖਾਉਂਦਾ ਹੀ ਹੈ, ਬਾਹਰ ਆਉਂਦੇ ਵਕਤ ਵੀ ਹਮਦਰਦੀ ਵਾਲਾ ਵਰਤਾਓ ਕਰਨਾ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਮੱਸਿਆ ਪੈਦਾ ਕਰਨ ਵਾਲੇ ਵਿਜ਼ਟਰ ਮਹਿਮਾਨਾਂ ਦੀ ਸੰਭਾਲ। ਕੁਝ ਅਜਿਹੇ ਮੌਕੇ ਆ ਸਕਦੇ ਹਨ ਜਿਨ੍ਹਾਂ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਅਜਿਹੇ ਵਿਜ਼ਟਰਾਂ ਨਾਲ ਸਾਹਮਣਾ ਹੋ ਜਾਂਦਾ ਹੈ ਜੋ ਬਹੁਤ ਹੀ ਅਜੀਬ ਢੰਗ ਨਾਲ ਵਰਤਾਓ ਕਰਦੇ ਹਨ। ਅਜਿਹੇ ਮੌਕੇ ਵਿੱਚ ਸੁਰੱਖਿਆ ਅਧਿਕਾਰੀ ਨੂੰ ਬਹੁਤ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਅਤੇ ਉਹਨਾਂ ਦੇ ਵਿਰੁੱਧ ਕੋਈ ਸਖਤ ਐਕਸ਼ਨ ਲਿਆ ਜਾ ਸਕਦਾ ਹੈ। ਅਜਿਹੇ ਹਾਲਾਤਾਂ ਬਾਰੇ ਸੀਨੀਅਰ ਸੁਪਰਵਾਈਜ਼ਰ ਨੂੰ ਵੀ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਸੁਪਰਵਾਈਜ਼ਰ ਮੌਕੇ 'ਤੇ ਆ ਕੇ ਸਥਿਤੀ ਦਾ ਜਾਇਜ਼ਾ ਲੈ ਸਕੇ। ਸੁਪਰਵਾਈਜ਼ਰ ਦੇ ਆਉਣ 'ਤੇ ਅਫਸਰ ਨੂੰ ਦੋਵੇਂ ਪੱਖਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਦਰਸ਼ਕ ਨੂੰ ਇੱਕ ਵਾਰ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਹੈ। ਅਜਿਹੇ ਸਮੇਂ ਅਫਸਰ ਦੋਨੇ ਧਿਰਾਂ ਦੀਆਂ ਗੱਲਾਂ ਸੁਣਦਾ ਹੈ ਅਤੇ ਬਣਦੀ ਕਾਰਵਾਈ ਮੌਕੇ 'ਤੇ ਕਰਦਾ ਹੈ। ਸੁਰੱਖਿਆ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ। ਸਰਵੀਲੈਂਸ ਐਂਡ ਪ੍ਰੋਟੈਕਸ਼ਨ ਸਿਸਟਮ। ਤਕਨੀਕੀ ਵਿਗਿਆਨ ਵਿੱਚ ਤਰੱਕੀ ਹੋਣ ਨਾਲ ਹੁਣ ਇੱਕ ਸੁਰੱਖਿਆ ਗਾਰਡ ਲਈ ਸੰਭਵ ਹੈ ਕਿ ਉਹ ਆਪਣੀ ਡਿਊਟੀ 'ਤੇ ਖੜ੍ਹਾ ਰਹੇ ਪਰੰਤੂ ਸੈਂਸਰਾਂ, ਕੈਮਰਿਆਂ ਅਤੇ ਹੋਰ ਯੰਤਰਾਂ ਦੀ ਵਰਤੋਂ ਕਰਕੇ ਸਾਰੇ ਇਲਾਕੇ 'ਤੇ ਨਜ਼ਰ ਵੀ ਰੱਖਦਾ ਹੈ। ਭਾਵੇਂ ਇਹ ਕਾਰਵਾਈ ਵਿਸ਼ੇਸ਼ ਅਰਥਾਂ ਵਿੱਚ ਗਸ਼ਤ ਨਹੀਂ ਹੈ ਕਿਉਂਕਿ ਇਸ ਵਿੱਚ ਕੋਈ ਵੀ ਨਜ਼ਰਸਾਨੀ ਕਰਨ ਲਈ ਡਿਊਟੀ ਵਾਲੇ ਇਲਾਕੇ ਵਿੱਚ ਨਹੀਂ ਜਾਂਦਾ। ਇਸ ਨੂੰ ਹੁਣ ਦੇਖਣਯੋਗ ਜਾਂ ਸਥਿਰ ਗਸ਼ਤ ਵੀ ਕਿਹਾ ਜਾਂਦਾ ਹੈ। ਟੈਕਨੋਲੋਜੀ ਦੀ ਮਦਦ ਦੇ ਨਾਲ ਸੁਰੱਖਿਆ ਕਰਮਚਾਰੀ ਕੰਟਰੋਲ ਰੂਮ ਦੇ ਵਿੱਚ ਬੈਠ ਕੇ CCTV ਕੈਮਰੇ ਅਤੇ ਸੈਂਸਰਾਂ ਦੀ ਮਦਦ ਦੇ ਨਾਲ ਕਾਫੀ ਦੂਰ ਤੱਕ ਨਜ਼ਰਸਾਨੀ ਕਰਦਾ ਹੈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਅਤੇ ਇਸ ਵਿੱਚ ਬਹੁਤ ਹੀ ਘੱਟ ਸੁਰੱਖਿਆ ਅਧਿਕਾਰੀਆਂ ਦੀ ਲੋੜ ਪੈਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨਿਗਰਾਨੀ ਬਾਰੇ। ਨਿਗਰਾਨੀ ਕੀ ਹੁੰਦੀ ਹੈ? ਨਿਗਰਾਨੀ ਕਿਸੇ ਚੀਜ਼ 'ਤੇ ਨਿਗਾਹ ਰੱਖਣੀ ਜਾਂ ਉਸ ਦੀ ਨਜ਼ਰਸਾਨੀ ਕਰਨੀ। ਨਿਗਰਾਨੀ ਸੁਰੱਖਿਆ ਦੇ ਉਦੇਸ਼ ਦੇ ਨਾਲ ਕੀਤੀ ਜਾਂਦੀ ਹੈ। ਕੁਝ ਸਮੇਂ ਤੱਕ ਕੀਤੀ ਗਈ ਗਤੀਵਿਧੀਆਂ ਦੀ ਜਾਂਚ ਪੜਤਾਲ ਹੈ। ਮਤਲਬ ਜਿਵੇਂ ਕਿ ਕੋਈ ਵਿਜ਼ਟਰ ਸੰਸਥਾ ਦੇ ਵਿੱਚ ਆਉਂਦਾ ਹੈ ਉਸ 'ਤੇ ਨਿਗਰਾਨੀ ਰੱਖਣਾ ਕਿ ਉਹ ਕਿੱਥੇ ਕਿੱਥੇ ਜਾਂਦਾ ਹੈ ਅਤੇ ਕੀ ਕੀ ਗਤੀਵਿਧੀਆਂ ਕਰਦਾ ਹੈ।
ਇਸ ਦੇ ਨਾਲ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਅਤੇ ਸੁਰੱਖਿਆ ਨੂੰ ਮਜ਼ਬੂਤ ਵੀ ਕੀਤਾ ਜਾਂਦਾ ਹੈ। ਨਿਗਰਾਨੀ ਰੱਖਣ ਦਾ ਇਹ ਵੀ ਉਦੇਸ਼ ਹੁੰਦਾ ਹੈ ਕਿ ਇਹ ਗਲਤ ਕੰਮ ਕਰਨ ਤੋਂ ਸਾਵਧਾਨ ਕਰਦਾ ਹੈ। ਜਿਵੇਂ ਕਿ ਕੋਈ ਸੁਰੱਖਿਆ ਕਰਮਚਾਰੀ ਨਜ਼ਰਸਾਨੀ ਕਰਦਾ ਹੈ, ਇਹ ਨਜ਼ਰਸਾਨੀ ਕਿਸੇ ਵੀ ਦੁਰਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਸਕਦੀ ਹੈ। ਤਫਤੀਸ਼ 'ਤੇ ਧਿਆਨ ਕੇਂਦਰਿਤ ਕਰਨਾ। ਕਿਸੇ ਵੀ ਤਫਤੀਸ਼ ਕਰਨ ਦੌਰਾਨ ਨਿਗਰਾਨੀ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਅਗਰ ਆਪਾਂ ਕਿਸੇ ਵੀ ਤਫਤੀਸ਼ ਕਰਨ ਦੌਰਾਨ ਧਿਆਨ ਆਪਣਾ ਕੇਂਦਰਿਤ ਨਹੀਂ ਕਰਦੇ ਤਾਂ ਆਪਾਂ ਤਫਤੀਸ਼ ਸਹੀ ਤਰੀਕੇ ਦੇ ਨਾਲ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ। ਵਿਸਤਾਰ ਸਹਿਤ ਸੂਚਨਾ ਪ੍ਰਾਪਤ ਕਰਨਾ। ਨਿਗਰਾਨੀ ਦੀ ਮਦਦ ਦੇ ਨਾਲ ਆਪਾਂ ਕਿਸੇ ਵੀ ਸੂਚਨਾ ਨੂੰ ਵਿਸਤਾਰ ਸਹਿਤ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਕਿ ਕਿਸੇ ਵਿਅਕਤੀ ਨੇ ਦੁਰਘਟਨਾ ਨੂੰ ਅੰਜਾਮ ਦਿੱਤਾ ਤਾਂ ਆਪਾਂ ਉਸ ਵਿਅਕਤੀ 'ਤੇ ਨਜ਼ਰ ਰੱਖ ਕੇ ਸਾਰੀ ਹੀ ਸਥਿਤੀ ਦਾ ਜਾਇਜ਼ਾ ਲੈ ਸਕਦੇ ਹਾਂ ਅਤੇ ਉਸ ਤੋਂ ਬਹੁਤ ਸਾਰੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਨਿਗਰਾਨੀ ਦੀਆਂ ਕਿਸਮਾਂ ਬਾਰੇ। ਨਿਗਰਾਨੀ ਕਰਨ ਦੇ ਵੱਖ-ਵੱਖ ਉਦੇਸ਼ ਹੁੰਦੇ ਹਨ ਅਤੇ ਇਹਨਾਂ ਉਦੇਸ਼ਾਂ ਦੇ ਨਾਲ ਨਿਗਰਾਨੀ ਦੀਆਂ ਕਿਸਮਾਂ ਦਾ ਵੀ ਫਰਕ ਪੈ ਜਾਂਦਾ ਹੈ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰੀਰਕ ਨਿਗਰਾਨੀ ਬਾਰੇ। ਇਸ ਵਿੱਚ ਇੱਕ ਸੁਰੱਖਿਆ ਕਰਮਚਾਰੀ ਖੜ੍ਹਾ ਹੋ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਅਤੇ ਨਿਗਰਾਨੀ ਕਰਦਾ ਹੈ। ਇਸ ਨਿਗਰਾਨੀ ਦੌਰਾਨ ਸੁਰੱਖਿਆ ਕਰਮਚਾਰੀ ਕਿਤੇ ਵੀ ਖੜ੍ਹ ਕੇ ਨਿਗਰਾਨੀ ਕਰ ਸਕਦਾ ਹੈ, ਜਾਂ ਉਹ ਛੱਤ 'ਤੇ ਚੜ੍ਹ ਕੇ ਨਿਗਰਾਨੀ ਕਰ ਸਕਦਾ ਹੈ, ਜਾਂ ਉਹ ਖਿੜਕੀ ਵਿੱਚ ਖੜ੍ਹਾ ਕਰਕੇ ਨਿਗਰਾਨੀ ਕਰ ਸਕਦਾ ਹੈ। ਜੇ ਉਹ ਚਾਹੇ ਤਾਂ ਉਹ ਗੇਟ ਵਿੱਚ ਖੜ੍ਹ ਕੇ ਵੀ ਨਿਗਰਾਨੀ ਕਰ ਸਕਦਾ ਹੈ। ਜਿੱਥੇ ਉਸ ਨੂੰ ਸਥਿਤੀ ਦਾ ਸਹੀ ਐਂਗਲ ਮਿਲੇ ਤਾਂ ਉੱਥੇ ਉਹ ਖੜ੍ਹ ਕੇ ਨਿਗਰਾਨੀ ਕਰ ਸਕਦਾ ਹੈ। ਇਸ ਨੂੰ ਆਪਾਂ ਸਥਿਰ ਨਿਗਰਾਨੀ ਵੀ ਕਹਿ ਸਕਦੇ ਹਾਂ। ਸਰੀਰਕ ਨਿਗਰਾਨੀ ਅਤੇ ਸਥਿਰ ਨਿਗਰਾਨੀ ਦੋਨੋਂ ਰਲਵਾਂ ਮਿਲਵਾਂ ਰੂਪ ਹਨ। ਸਰੀਰਕ ਨਿਗਰਾਨੀ ਦੇ ਕੁਝ ਨੁਕਸਾਨ ਵੀ ਹਨ। ਇਸ ਨਾਲ ਆਪਾਂ ਨੂੰ ਬਹੁਤ ਹੀ ਘੱਟ ਜਗ੍ਹਾ ਦਾ ਜਾਇਜ਼ਾ ਲੈਣ ਦਾ ਮੌਕਾ ਮਿਲਦਾ ਹੈ ਅਤੇ ਕੁਝ ਏਰੀਆ ਆਪਣੇ ਤੋਂ ਨਹੀਂ ਕਵਰ ਹੁੰਦਾ ਅਤੇ ਆਪਾਂ ਕੁਝ ਚੀਜ਼ਾਂ ਤੋਂ ਵਾਂਝੇ ਵੀ ਰਹਿ ਜਾਂਦੇ ਹਾਂ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਗਤੀਸ਼ੀਲ ਨਿਗਰਾਨੀ। ਇਸ ਨੂੰ ਆਪਾਂ ਮੋਬਾਈਲ ਸਰਵੇਲੈਂਸ ਵੀ ਕਹਿ ਦਿੰਦੇ ਹਾਂ। ਇਸ ਵਿੱਚ ਇੱਕ ਸ਼ੱਕੀ ਵਿਅਕਤੀ 'ਤੇ ਹੀ ਨਿਗਰਾਨੀ ਰੱਖੀ ਜਾਂਦੀ ਹੈ। ਉਸ ਤੋਂ ਬਚ ਕੇ ਉਸ ਦੀਆਂ ਸਾਰੀਆਂ ਕਿਰਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਅਤੇ ਮੌਕਾ ਦੇਖ ਕੇ ਟੀਮ ਦੇ ਨਾਲ ਉਸ ਨੂੰ ਪਕੜ ਲਿਆ ਜਾਂਦਾ ਹੈ। ਇਹ ਨਿਗਰਾਨੀ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ, ਚਾਹੇ ਇਹ ਪੈਦਲ ਹੋ ਸਕਦੀ ਹੈ, ਚਾਹੇ ਇਹ ਕਾਰ ਪੈਟਰੋਲਿੰਗ ਦੀ ਮਦਦ ਦੇ ਨਾਲ ਵੀ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਦੇਖਣਯੋਗ ਜਾਂ ਦੇਖਣ ਵਾਲੀ ਬਿਜਲਈ ਨਿਗਰਾਨੀ। ਇਹ ਨਿਗਰਾਨੀ ਟੈਕਨੋਲੋਜੀ ਦੀ ਮਦਦ ਦੇ ਨਾਲ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਦੀ ਮਦਦ ਦੇ ਨਾਲ ਕਰਦੇ ਹਾਂ। ਜਿਵੇਂ ਕਿ CCTV ਕੈਮਰਾ, ਸੈਂਸਰ ਜਾਂ ਕੁਝ ਹੋਰ ਇਲੈਕਟ੍ਰੋਨਿਕ ਉਪਕਰਣ, ਜਿਨ੍ਹਾਂ ਦੀ ਮਦਦ ਦੇ ਨਾਲ ਆਪਾਂ ਨਜ਼ਰਸਾਨੀ ਕਰ ਸਕਦੇ ਹਾਂ। ਇਹ ਇੱਕ ਸਥਿਰ ਗਸ਼ਤ ਵੀ ਹੁੰਦੀ ਹੈ, ਜਿਸ ਦੀ ਮਦਦ ਦੇ ਨਾਲ ਆਪਾਂ ਦੂਰ ਦੂਰ ਤੱਕ ਨਿਗਰਾਨੀ ਰੱਖ ਸਕਦੇ ਹਾਂ। ਇਸ ਦਾ ਸਾਰਾ ਕੰਟਰੋਲ ਇੱਕ ਕੰਟਰੋਲ ਰੂਮ ਦੇ ਵਿੱਚ ਹੁੰਦਾ ਹੈ, ਜੋ ਵੱਖ-ਵੱਖ ਜਗ੍ਹਾ 'ਤੇ ਲੱਗੇ CCTV ਕੈਮਰਿਆਂ ਤੋਂ ਆਉਂਦੀਆਂ ਤਸਵੀਰਾਂ ਨੂੰ ਆਪਾਂ ਕੰਟਰੋਲ ਰੂਮ ਵਿੱਚ ਬੈਠ ਕੇ ਦੇਖ ਸਕਦੇ ਹਾਂ। ਸੁਣੀ ਜਾਣ ਵਾਲੀ ਨਿਗਰਾਨੀ। ਇਸ ਵਿੱਚ ਸੂਚਨਾ ਰਿਕਾਰਡ ਕਰਕੇ ਨਿਗਰਾਨੀ ਕੀਤੀ ਜਾ ਸਕਦੀ ਹੈ। ਮੁੱਢਲੀ ਨਿਗਰਾਨੀ ਵਜੋਂ ਇਹ ਕੰਮ ਬਹੁਤ ਹੀ ਨਾਜ਼ੁਕ ਮਸਲਾ ਹੈ ਅਤੇ ਕਾਨੂੰਨ ਅਨੁਸਾਰ ਅਜਿਹਾ ਸਿਰਫ ਸਰਕਾਰੀ ਏਜੰਸੀਆਂ ਨੂੰ ਹੀ ਕਰਨ ਦੀ ਇਜਾਜ਼ਤ ਹੈ। ਅਗਰ ਕੋਈ ਨਿੱਜੀ ਕੰਪਨੀ ਇਹ ਕੰਮ ਕਰਦੀ ਹੈ ਤਾਂ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਇਹ ਕਰਨ ਦਾ ਕੋਈ ਹੁਕਮ ਨਹੀਂ ਹੁੰਦਾ। ਸੰਪਰਕ ਨਿਗਰਾਨੀ। ਸੰਪਰਕ ਨਿਗਰਾਨੀ ਤਕਨੀਕਾਂ ਕੁਝ ਪ੍ਰਕਾਸ਼ ਦੇਣ ਵਾਲੀਆਂ ਪਦਾਰਥਾਂ ਦੀ ਸਮਰੱਥਾ 'ਤੇ ਆਧਾਰਿਤ ਹੈ, ਜੋ ਵਿਅਕਤੀ ਦੇ ਕੱਪੜੇ, ਹੱਥ ਜਾਂ ਨੋਟਾਂ 'ਤੇ ਆਉਣ 'ਤੇ ਇੱਕੋਦਮ ਪ੍ਰਭਾਵ ਪਾਉਂਦੀਆਂ ਹਨ। ਇਹ ਚੀਜ਼ਾਂ ਲੋਕਾਂ ਨੂੰ
ਅਤੇ ਰਿਸ਼ਵਤਖੋਰਾਂ ਨੂੰ ਫੜਨ ਦੇ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ। ਜਿਵੇਂ ਕਿ ਬੇਈਮਾਨ ਕਰਮਚਾਰੀਆਂ ਦੇ ਹੋਣ ਕਰਕੇ ਤੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਹੇਰਾਫੇਰੀ ਹੋਣ 'ਤੇ ਇੱਕ ਆਮ ਜਿਹੀ ਗੱਲ ਹੈ। ਅਜਿਹੀਆਂ ਲੱਭਣਯੋਗ ਗਤੀਵਿਧੀਆਂ ਆਮ ਤੌਰ 'ਤੇ ਅਲਟਰਾ ਵਾਇਲੈਂਟ ਵਿਕਰਣਾਂ ਦੇ ਘੇਰੇ ਵਿੱਚ ਆਉਂਦੀਆਂ ਹਨ ਅਤੇ ਇਹ ਸਿਰਫ ਅਲਟਰਾ ਵਾਇਲੈਂਟ ਪ੍ਰਕਾਸ਼ ਵਿੱਚ ਹੀ ਦਿਖਾਈ ਦਿੰਦੀਆਂ ਹਨ। ਨਿਗਰਾਨੀ ਦੇ ਦੌਰਾਨ ਆਪਾਂ ਵੱਖ-ਵੱਖ ਤਰ੍ਹਾਂ ਦੇ ਡਾਟਾ ਇਕੱਠੇ ਕਰ ਸਕਦੇ ਹਾਂ ਅਤੇ ਇਹਨਾਂ ਦੇ ਬਾਅਦ ਇਹਨਾਂ ਡਾਟਾ ਨੂੰ ਇਕੱਠੇ ਕਰਕੇ ਇਹਨਾਂ ਡਾਟੇ ਦੀ ਰਿਕਾਰਡ ਤਿਆਰ ਕਰਨਾ ਅਤੇ ਇਹਨਾਂ ਦੀ ਵਰਤੋਂ ਕਰਨੀ। ਹੁਣ ਆਪਾਂ ਗੱਲ ਕਰਦੇ ਹਾਂ ਰਿਕਾਰਡ ਤਿਆਰ ਕਰਨਾ ਅਤੇ ਡਾਟੇ ਦੀ ਵਰਤੋਂ। ਘਟਨਾਵਾਂ ਦੀ ਰਿਕਾਰਡਿੰਗ ਕਰਨੀ। CCTV ਕੈਮਰੇ ਦੀ ਮਦਦ ਦੇ ਨਾਲ ਘਟਨਾਵਾਂ ਦੀ ਰਿਕਾਰਡਿੰਗ ਕਰਨੀ ਬਹੁਤ ਹੀ ਆਸਾਨ ਹੋ ਗਈ ਹੈ ਅਤੇ ਰਿਕਾਰਡ ਕਰਨੀ ਵੀ ਈਜ਼ੀ ਹੋ ਗਈ ਹੈ। ਇਸ ਦੇ ਬਾਅਦ ਆਪਾਂ ਇਹ ਡਾਟੇ ਦੀ ਵਰਤੋਂ ਲੋੜ ਪੈਣ 'ਤੇ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਸਬੂਤ ਵਜੋਂ ਵੀ ਵਰਤ ਸਕਦੇ ਹਾਂ। ਡਾਟੇ ਨੂੰ ਸੰਭਾਲ ਕੇ ਰੱਖਣਾ। ਸੁਰੱਖਿਆ ਨੂੰ ਖਤਰਾ ਹੋ ਜਾਣ ਦੀ ਸੂਰਤ ਵਿੱਚ ਇਹ ਰਿਕਾਰਡਿੰਗ ਪੜਤਾਲ ਕਰਨ ਵਾਲੀ ਏਜੰਸੀ ਦੇ ਹੱਥ ਆ ਸਕਦੀ ਹੈ ਅਤੇ ਉਹ ਇਸ ਦੀ ਦੁਰਵਰਤੋਂ ਕਰ ਸਕਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਡਾਟੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਹਾਈ ਪਾਸਵਰਡ ਸਿਕਿਉਰਿਟੀ ਦੇ ਨਾਲ ਹੀ ਲੌਕ ਕਰਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਕਿਸੇ ਹੋਰ ਦੇ ਹੱਥ ਆਉਣ 'ਤੇ ਨਾ ਕੰਮ ਆ ਸਕੇ। ਕਿਸੇ ਵੀ ਸੰਸਥਾ ਦੇ ਵਿੱਚ ਅਣਚਾਹੀ ਘਟਨਾਵਾਂ ਹੋਣਾ ਇੱਕ ਆਮ ਗੱਲ ਹੈ ਅਤੇ ਇਸ ਦੌਰਾਨ ਨਿਗਰਾਨੀ ਰੱਖਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਘਟਨਾਵਾਂ ਦਾ ਮੁੱਖ ਕਾਰਨ ਵੀ ਪਤਾ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਨਿਗਰਾਨੀ ਸਹੀ ਤਰੀਕੇ ਨਾਲ ਕੀਤੀ ਗਈ ਹੈ ਤਾਂ ਘਟਨਾ ਦਾ ਕਾਰਨ ਵੀ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਨਿਗਰਾਨੀ ਦੌਰਾਨ ਅਣਚਾਹੀ ਘਟਨਾ ਵਾਪਰ ਜਾਣ 'ਤੇ ਉਠਾਏ ਜਾਣ ਵਾਲੇ ਕਦਮ। ਹੁਣ ਆਪਾਂ ਇਸ ਦੇ ਵਿੱਚ ਉਦੇਸ਼ ਜਾਣਦੇ ਹਾਂ। ਸ਼ੱਕੀ ਸਥਾਨ ਜਾਂ ਹਰਕਤ ਨੂੰ ਧਿਆਨ ਨਾਲ ਦੇਖਣਾ ਅਤੇ ਪੂਰੀ ਪੜਤਾਲ ਕਰਨੀ। ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ੱਕੀ ਸਥਾਨ ਜਾਂ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ 'ਤੇ ਧਿਆਨ ਕੇਂਦਰਿਤ ਕਰੇ ਅਤੇ ਪੂਰੀ ਸੂਚਨਾ ਇਕੱਠੀ ਕਰੇ ਅਤੇ ਉਸ ਦੀ ਰਿਪੋਰਟ ਬਣਾ ਲਏ ਤਾਂ ਜੋ ਜਾਂਚ ਪੜਤਾਲ ਕਰਕੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਿਸਟਮ ਵਿੱਚ ਸਵੈਚਾਲਿਤ ਅਲਾਰਮ ਲਗਾਏ ਜਾ ਸਕਦੇ ਹਨ। ਕਿਸੇ ਵੀ ਅਣਚਾਹੀ ਘਟਨਾਵਾਂ ਨੂੰ ਰੋਕਣ ਦੇ ਲਈ ਇੱਕ ਆਟੋਮੈਟਿਕ ਆਪਰੇਟਿੰਗ ਸੈਂਸਰ ਸਿਸਟਮ ਹੁੰਦੇ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਅਪਰਾਧੀਆਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਫੜਿਆ ਜਾ ਸਕਦਾ ਹੈ। ਅਜਿਹੇ ਸਿਸਟਮ ਨੂੰ ਚਾਰਦੀਵਾਰੀ ਵਿੱਚ ਲਗਾਇਆ ਜਾ ਸਕਦਾ ਹੈ ਤਾਂ ਜੋ ਅਗਰ ਕੋਈ ਘੁਸਪੈਠੀਆ ਅੰਦਰ ਆਉਂਦਾ ਹੈ ਤਾਂ ਉਹ ਅਲਾਰਮ ਵੱਜਣ ਲੱਗ ਜਾਂਦਾ ਹੈ ਜਿਸ ਨਾਲ ਸੁਰੱਖਿਆ ਕਰਮਚਾਰੀ ਸੁਚੇਤ ਹੋ ਜਾਂਦਾ ਹੈ ਅਤੇ ਉਸ ਨੂੰ ਮੌਕੇ 'ਤੇ ਹੀ ਦਬੋਚ ਲੈਂਦਾ ਹੈ। ਸੁਰੱਖਿਆ ਖਾਮੀਆਂ ਨੂੰ ਹੱਲ ਕਰਨਾ। ਨਿੱਜੀ ਸੁਰੱਖਿਆ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਸ਼ਤ ਦੌਰਾਨ ਸਾਰੇ ਸੁਰੱਖਿਆ ਉਪਕਰਣਾਂ ਦੀ ਚੈਕਿੰਗ ਕਰੇ ਅਤੇ ਜਿਸ ਉਪਕਰਣ ਵਿੱਚ ਕਮਜ਼ੋਰੀ ਲੱਗਦੀ ਹੈ ਜਾਂ ਖਰਾਬੀ ਲੱਗਦੀ ਹੈ ਉਸ ਨੂੰ ਤੁਰੰਤ ਠੀਕ ਕਰਵਾਵੇ ਤਾਂ ਜੋ ਅੱਗੇ ਚੱਲ ਕੇ ਉਹ ਉਪਕਰਣ ਦੁਰਘਟਨਾ ਸਮੇਂ ਮਦਦ ਕਰ ਸਕੇ। ਧੰਨਵਾਦ।